ਜੀ ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ, ਤਾਂ ਜੋ ਸਹੀ ਸਮੇਂ ਤੇ ਮਿਲ ਸਕੇ ਤੁਹਾਨੂੰ ਸਹੀ ਸਲਾਹ। ਤੇ ਅੱਜ ਦਾ ਸਾਡਾ ਵਿਸ਼ਾ ਹੈ ਕਿ ਜੋੜਾਂ ਦੇ ਦਰਦਾਂ ਤੋਂ, ਹੱਡੀਆਂ ਕਮਜ਼ੋਰ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਮਾਹਿਰ ਆਰਥੋਪੈਡਿਸ਼ਨ ਨੇ, ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਕਈ ਹਸਪਤਾਲਾਂ ਵਿੱਚ ਆਪਣੀ ਸੇਵਾਵਾਂ ਦਿੱਤੀਆਂ ਨੇ ਤੇ ਹੁਣ NHS ਹਸਪੀਟਲ ਜਲੰਧਰ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ, ਡਾਕਟਰ ਸ਼ੁਭਾਂਗ ਅਗਰਵਾਲ। ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਡਾਕਟਰ ਸਾਹਿਬ, ਪਿਛਲੇ ਐਪੀਸੋਡ ਨੂੰ ਬੜਾ ਪਰਵਾਹ ਹੁੰਗਾਰਾ ਮਿਲਿਆ, ਉਸ ਵਿੱਚ ਤੁਸੀਂ ਬਹੁਤ ਹੀ ਵਿਸਤਾਰ 'ਚ ਜਾਣਕਾਰੀ ਦਿੱਤੀ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵੀ ਉਸ ਸਮੱਸਿਆ ਦੇ ਨਾਲ ਲੋਕ ਆਮ ਤੌਰ 'ਤੇ ਦੋ ਚਾਰ ਹੁੰਦੇ ਨੇ। ਪਰ ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਅੱਜ ਕੱਲ੍ਹ ਜੋੜਾਂ ਦੀ ਦਰਦਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਹਦੇ ਜਿਹੜੇ ਕਾਰਨ ਨਜ਼ਰ ਆਉਂਦੇ ਨੇ, ਕਿਉਂਕਿ ਤੁਹਾਡੇ ਕੋਲ ਵੀ ਪੇਸ਼ੈਂਟ ਆਉਂਦੇ ਹੋਣਗੇ, ਇਸ ਬਾਰੇ ਗੱਲ ਕਰਦੇ ਹੋਣਗੇ, ਇਹਦੇ ਕਾਰਨ ਕੀ ਨੇ? ਸੋ ਜਿਹੜਾ ਜੋੜਾਂ ਦੀ ਦਰਦਾਂ ਹੈਗੀਆਂ ਨਾ, ਕਿਸੇ ਵੀ ਜੋੜ ਦੀ, ਭਾਵੇਂ ਮੋਢਾ ਦੁਖਦਾ ਹੋਏ, ਕੂਹਣੀ ਦੁਖਦੀ ਹੋਏ, ਚੂਲਾ ਦੁਖਦਾ ਹੋਏ, ਗੋਡਾ ਦੁਖਦਾ ਹੋਏ, ਗਿੱਟਾ ਦੁਖਦਾ ਹੋਏ, ਕੋਈ ਵੀ ਬੋਡੀ ਦਾ ਜੋੜ ਜਿਹੜਾ ਹੈ ਉਹ ਸਿਰਫ 5 ਕਾਰਨਾਂ ਦੇ ਵਿੱਚ, ਇਹਨੂੰ 5 ਕਾਰਨਾਂ ਕਰਕੇ ਦੁਖ ਸਕਦਾ ਹੈ। ਇਹਨੂੰ ਜੇ ਡਿਵਾਈਡ ਕਰੀਏ, ਇੱਕ ਉਹ ਜੇ ਪੈਦਾਇਸ਼ੀ ਪ੍ਰੋਬਲਮਸ ਹੁੰਦੀਆਂ, ਜਿਸ ਤਰ੍ਹਾਂ ਕਿ ਡਵਾਰਫਿਜ਼ਮ ਹੈ ਜਾਂ ਹੱਡੀ ਦੀ ਸ਼ੇਪ ਹੀ ਜਿਹੜੀ ਹੈ, ਕਿਸੇ ਬੱਚੇ ਦੀ ਬਾਂਹ ਟੇਢੀ ਹੈ ਜਾਂ ਕੁਛ ਹੈ, ਉਹਨਾਂ ਨੂੰ ਫਿਊਚਰ ਦੇ ਵਿੱਚ ਅੱਗੇ ਜਾ ਕੇ 35-40 ਸਾਲ ਦੀ ਏਜ 'ਤੇ ਜੋੜਾਂ ਦੀ ਦਰਦਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਦੂਸਰਾ ਹੈਗਾ ਇਨਫਲੇਮੇਟਰੀ, ਜਿਸ ਤਰ੍ਹਾਂ ਕਿ ਅਸੀਂ ਦੇਖੀਏ ਕੋਈ ਯੂਰਿਕ ਐਸਿਡ ਜਿਹਦਾ ਵੱਧ ਜਾਂਦਾ ਹੈ, ਉਹਦੇ ਵਿੱਚ ਉਹਦੀ ਜੋੜ ਦੀ ਜਿਹੜੀ ਸੋਜਿਸ਼ ਆ ਜਾਂਦੀ ਹੈ, ਉਹਦੇ ਨਾਲ ਪ੍ਰੋਬਲਮ ਹੋ ਜਾਂਦੀ ਹੈ। ਕੁਝ ਪ੍ਰੋਬਲਮਸ ਹੈਗੀਆਂ ਸਪੌਂਡਲਾਈਟਸ ਜਿਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ ਸਾਰੇ ਜੋੜ ਸਟਿਫ ਹੋਣੇ ਸ਼ੁਰੂ ਹੋ ਜਾਂਦੇ ਆ। ਤੀਸਰਾ ਹੈ ਟਰੋਮੈਟਿਕ, ਮਤਲਬ ਸੱਟ ਲੱਗਣ ਦੇ ਨਾਲ, ਜਿਹੜਾ ਇੰਜਰੀ ਦੇ ਨਾਲ ਕੋਈ ਵੀ ਜੋੜ ਜਿਹੜਾ ਹੈ, ਜਾਂ ਫ੍ਰੈਕਚਰ ਹੋ ਗਿਆ ਜਿਹੜਾ ਗੋਡੇ ਦੇ ਜੋੜ ਦੇ ਅੰਦਰ ਤੱਕ ਚੱਲ ਗਿਆ, ਜਾਂ ਚੂਲੇ ਦੇ ਜੋੜ ਦੇ ਅੰਦਰ ਚੱਲ ਗਿਆ, ਜਾਂ ਮੋਢੇ 'ਚ ਫ੍ਰੈਕਚਰ ਹੋ ਗਿਆ, ਉਹਦੇ ਨਾਲ ਜਿਹੜਾ ਜੋੜ ਦੇ ਵਿੱਚ ਕੋਈ ਸਟੈਪ ਆ ਗਿਆ, ਉਹਦੀ ਸਰਫੇਸ ਦੇ ਵਿੱਚ ਸਟੈਪ ਆ ਗਿਆ, ਔਰ ਸਟੈਪ ਦੇ ਨਾਲ ਆਰਥਰਾਈਟਸ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਕੋਈ ਵੀ ਜੋੜ ਦੁਖੇ, ਭਾਵੇਂ ਮੋਢਾ ਹੈ, ਕੂਹਣੀ ਹੈ, ਗੋਡਾ ਹੈ ਜਾਂ ਕੂਲਾ ਹੈ, ਇਹ 5 ਜਿਹੜੀ ਹੈਗੀ ਅਸੀਂ ਕਾਰਨ ਜਿਹੜੇ ਉਹ ਲੱਭਦੇ ਹਾਂ। ਜੋੜਾਂ ਦੀ ਦਰਦਾਂ ਆਫ ਲੇਟ ਜੀਵਨ ਸ਼ੈਲੀ ਜਿਹੜੀ ਹੈ ਸਾਡੀ ਖਰਾਬ ਹੋਣ ਦੇ ਨਾਲ ਜਿਹੜੀ ਹੈ ਉਹ ਜੋੜਾਂ ਦੀ ਦਰਦਾਂ ਜਿਹੜੀਆਂ ਵੱਧ ਗਈਆਂ। ਤੁਸੀਂ ਦੇਖੋ ਕਿ ਪਹਿਲੇ ਸੀਗਾ ਪੁਰਾਣੇ ਜ਼ਮਾਨੇ 'ਚ ਗੱਡੀਆਂ, ਸਾਈਕਲ, ਸਕੂਟਰ ਨਹੀਂ ਸੀਗੇ, ਤੇ ਚਲੋ ਸਾਈਕਲ ਤੱਕ ਵੀ ਜੇ ਗੱਲ ਕਰੀਏ, ਐਕਸਰਸਾਈਜ਼ ਸਾਡੀ ਜੀਵਨ ਸ਼ੈਲੀ ਦੇ ਵਿੱਚ ਬਿਲਟ ਇਨ ਸੀਗੀ। ਹੁਣ ਐਕਸਰਸਾਈਜ਼ ਵਾਸਤੇ ਤੁਹਾਨੂੰ ਜਿਮ ਜਾਣਾ ਪੈਂਦਾ ਹੈ, ਠੀਕ ਹੈ ਨਾ। ਅਸੀਂ ਕੰਮ ਕਰਦੇ ਹਾਂ, ਗੱਡੀਆਂ ਦੇ ਵਿੱਚ ਟਰੈਵਲ ਕਰਦੇ ਹਾਂ, ਜ਼ੋਰ ਵਾਲਾ ਕੰਮ ਜ਼ਰੂਰ ਹੈ, ਗਲਤ ਕੁਰਸੀ 'ਤੇ ਬੈਠਣਾ, ਗਲਤ ਤਰੀਕੇ ਨਾਲ ਝੁਕਣਾ, ਗਲਤ ਤਰੀਕੇ ਨਾਲ ਉੱਠਣਾ। ਪਹਿਲੇ ਸੀਗਾ ਚੌਂਕੜੀ ਮਾਰ ਕੇ ਵੀ ਲੋਕ ਬੈਠਦੇ ਸੀ, ਕੋਈ ਗੋਡੇ ਦੀ ਪ੍ਰੋਬਲਮ ਨਹੀਂ ਆਉਂਦੀ ਸੀ, ਜਾਂ ਹੋ ਸਕਦਾ ਡਿਟੈਕਟ ਨਾ ਹੁੰਦੀ ਹੋਏ, ਲੇਕਿਨ ਚੌਂਕੜੀ ਮਾਰਨ ਦੇ ਨਾਲ ਵੀ, ਬਹੁਤ ਜ਼ਿਆਦਾ ਚੌਂਕੜੀ ਮਾਰਨ ਨਾਲ ਵੀ ਗੋਡੇ ਦੀ ਜਿਹੜੀ ਪ੍ਰੋਬਲਮ ਹੈ ਉਹ ਆ ਸਕਦੀ ਹੈ। ਸੋ ਕਾਰਨ ਜਿਹੜਾ ਹੈਗਾ ਉਹ ਜੀਵਨ ਸ਼ੈਲੀ ਪ੍ਰਾਇਮਰੀ ਹੈ। ਆਫ ਲੇਟ ਹੁਣ ਦੇਖੋ ਤੁਸੀਂ, ਜਿਹੜਾ ਕਿ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਬਹੁਤ ਸਾਰੇ ਲੋਕਾਂ ਦੀ ਜੋੜਾਂ ਦੀ ਦਰਦਾਂ ਜਿਹੜੀਆਂ ਉਹ ਵੱਧ ਗਈਆਂ। ਖਾਸ ਤੌਰ 'ਤੇ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਾ ਹੈ, ਉਹਨਾਂ ਦੀ ਜਿਹੜੀ ਹੈ ਜੁਆਇੰਟ ਪੇਨਸ ਉਹ ਵੱਧ ਗਈਆਂ। ਬਟ ਮੇਨਲੀ ਆਰਥਰਾਈਟਸ ਜਿਹੜਾ ਹੈਗਾ ਉਹ ਘਸਣ ਦੇ ਨਾਲ, ਜਾਂ ਇਨਫਲੇਮੇਟਰੀ ਡਿਜ਼ੀਜ਼ ਜਿਹਨਾਂ ਕਿ ਯੂਰਿਕ ਐਸਿਡ ਵਧਣ ਦੇ ਨਾਲ, ਜਾਂ ਗਠੀਆ ਜਿਹਨੂੰ ਕਹਿੰਦੇ, ਜਿਹਦੇ ਵਿੱਚ ਸਾਰੇ ਹੀ ਜੋੜ ਜਿਹੜੇ ਉਹ ਖਰਾਬ ਹੋ ਜਾਂਦੇ, ਉਂਗਲੀਆਂ ਟੇਢੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹਨਾਂ ਦੇ ਕਾਰਨ ਹੋ ਸਕਦਾ ਹੈ। ਅੱਛਾ ਡਾਕਟਰ ਸਾਹਿਬ, ਜੇ ਦਰਦ ਹੈ ਤੇ ਉਸ ਦਾ ਬਚਾਅ ਵੀ ਹੋਵੇਗਾ, ਤੇ ਇਹਨਾਂ ਦਰਦਾਂ ਤੋਂ, ਜਿਵੇਂ ਤੁਸੀਂ ਕਿਹਾ ਲਾਈਫ ਸਟਾਈਲ ਦੇ ਵਿੱਚ ਇਹ ਸਾਡੇ ਹੁਣ ਆ ਚੁੱਕੇ ਨੇ, ਤੇ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ? ਓਕੇ, ਸੋ ਸਭ ਤੋਂ ਪਹਿਲਾਂ ਹੈ ਜੀ ਉਹਦੀ ਡਾਇਗਨੋਸਿਸ। ਸੋ ਜੇ ਤੁਸੀਂ ਆਪਣੇ ਕਿਸੇ ਵੀ ਜੋੜ ਦੇ ਵਿੱਚ ਜੇ ਤੁਹਾਨੂੰ 15 ਦਿਨ ਤੋਂ ਜ਼ਿਆਦਾ ਦਰਦ ਹੁੰਦੇ ਨੂੰ ਹੋ ਗਏ, ਉਹਨੂੰ ਇਗਨੋਰ ਨਾ ਕਰੋ। ਠੀਕ ਹੈ, ਚਲੋ ਅੱਜ ਤੁਸੀਂ ਕੋਈ ਪੌੜੀ ਚੜ੍ਹਦੇ ਟਾਈਮ ਪੈਰ ਸਲਿੱਪ ਕਰ ਗਿਆ, ਪੈਰ ਦੇ ਜੋੜ ਦੇ ਵਿੱਚ ਗਿੱਟੇ 'ਚ ਖਿੱਚ ਪੈ ਗਈ ਜਾਂ ਦਰਦ ਹੋ ਗਈ, ਤੇ ਉਹ ਪੋਸੀਬਲ ਹੈ ਕਿ ਮਤਲਬ ਆਪਣੇ ਆਪ ਸੈਟਲ ਹੋ ਜਾਏਗੀ। ਜਿਸ ਤਰ੍ਹਾਂ ਕਿਚਨ ਦੇ ਵਿੱਚੋਂ ਤੁਸੀਂ ਉੱਪਰੋਂ ਕੋਈ ਬਰਨੀ ਚੁੱਕਣੀ ਹੈ, ਕੋਈ ਬਿਆਮ ਕੱਢਣਾ ਹੈ, ਜਾਂ ਕੜਛੀ ਮਾਰਨ ਲੱਗੇ ਜ਼ੋਰ ਲੱਗ ਗਿਆ, ਕਿਤੇ ਕੋਈ ਡਰਾਅਰ ਫਸ ਗਿਆ, ਜ਼ੋਰ ਨਾਲ ਖਿੱਚ ਲਿਆ, ਇਹ ਆਮ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸਾਡੇ ਨਾਲ ਇਹ ਹੋ ਸਕਦਾ ਹੈ। ਉਹਦੇ ਨਾਲ ਜਿਹੜੀ ਜੇ ਚੋਟ ਲੱਗ ਜਾਏ, ਕੋਈ ਦਰਦ ਹੋਵੇ, ਠੀਕ ਹੈ, ਤੁਸੀਂ ਆਪਣੇ ਆਪ ਘਰ ਦੇ ਵਿੱਚ ਉਹਦਾ ਦੇਸੀ ਨੁਸਖਾ ਕਰ ਸਕਦੇ ਹੋ। ਜੇ ਸਵੈਲਿੰਗ ਹੋਏ, ਆਈਸ ਪੈਕ, ਬਰਫ਼ ਦੀ ਟਕੋਰ ਕਰ ਲਓ, ਕੋਈ ਜੈਲ, ਆਮ ਤੌਰ 'ਤੇ ਸਾਰਿਆਂ ਦੇ ਘਰੇ ਇੱਕ ਪੇਨ ਕਿਲਰ ਜੈਲ ਪਈ ਹੁੰਦੀ ਹੈ, ਜੈਲ ਲਗਾ ਲਓ। ਪਰ ਫਿਰ ਵੀ ਜੇ ਉਹ ਪੇਨ 2-4 ਦਿਨ ਦੇ ਰੈਸਟ ਤੋਂ ਬਾਅਦ, ਥੋੜ੍ਹਾ ਬਹੁਤ ਘਰ ਦਾ ਦੇਸੀ ਨੁਸਖਾ ਕਰਨ ਤੋਂ ਬਾਵਜੂਦ ਵੀ 15 ਦਿਨ ਕ੍ਰਾਸ ਕਰਦੀ ਹੈ, ਉਹਨੂੰ ਇਗਨੋਰ ਨਹੀਂ ਕਰਨਾ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈਗੀ ਹੈ, ਉਹਨੂੰ ਆਪਣੇ ਡਾਕਟਰ ਕੋਲ ਜਾਓ। ਡਾਇਗਨੋਸਿਸ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ। ਸਮਟਾਈਮਸ ਜਿਹੜਾ ਅਰਲੀ ਜੁਆਇੰਟ ਪੇਨ ਹੈਗੀ ਹੈ, ਉਹਨੂੰ ਅਸੀਂ
ਸਿੰਪਲ ਚੀਜ਼ਾਂ ਦੇ ਨਾਲ, ਮੈਡੀਕੇਸ਼ਨ ਦੇ ਨਾਲ, ਛੋਟੇ ਜਿਹੇ ਆਪਰੇਸ਼ਨਸ ਦੇ ਨਾਲ ਬਿਲਕੁਲ ਉਹ ਤੋਂ ਰਿਵਰਸ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਉਹਨੂੰ ਕੋਈ ਬਹੁਤ ਆਪਰੇਸ਼ਨ ਦੀ ਸਟੇਜ ਤੇ ਜਾਣਾ ਹੈ। ਉਹਨੂੰ ਸਿੰਪਲ ਮੈਡੀਕੇਸ਼ਨ ਦੇ ਨਾਲ, ਸਲਾਹ ਦੇ ਨਾਲ, ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਨਾਲ ਉਹਨੂੰ ਉੱਥੇ ਹੀ ਰੋਕਿਆ ਜਾ ਸਕਦਾ ਹੈ ਜਾਂ ਉਹਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ। ਲੇਕਿਨ ਜੇ ਉਹ ਪ੍ਰੋਬਲਮ ਵੱਧ ਜਾਂਦੀ ਹੈ ਤੇ ਫਿਰ ਉਹਦਾ ਜਿਹੜਾ ਹੱਲ ਹੈ ਉਹ ਆਪਰੇਸ਼ਨ ਤੱਕ ਵੀ ਪਹੁੰਚ ਸਕਦਾ ਹੈ। ਇਹ ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਖੁਰਾਕ ਜਿਹੜੀ ਹੈ, ਡਾਈਟ ਜਿਹੜੀ ਹੈ, ਉਹਦਾ ਵੀ ਕੋਈ ਰੋਲ ਇਹਦੇ 'ਚ ਰਹਿੰਦਾ ਹੈ ਕਿ ਉਹ ਵੀ ਰੋਕ ਸਕਦੀਆਂ ਨੇ ਜੋੜਾਂ ਦੀ ਦਰਦਾਂ ਹੋਣ ਤੋਂ? ਬਿਲਕੁਲ, ਸੀਜ਼ਨਲ ਫਰੂਟ, ਸੀਜ਼ਨਲ ਵੈਜੀਟੇਬਲ ਇੱਕ ਬੇਸਿਕ ਨੁਸਖਾ ਹੈਗਾ। ਅਸੀਂ ਕੋਲਡ ਸਟੋਰੇਜ ਦੀ ਚੀਜ਼ਾਂ ਖਾਂਦੇ ਹਾਂ, ਅਸੀਂ ਕਹਿੰਦੇ ਹਾਂ ਸਰਦੀਆਂ ਦੇ ਵਿੱਚ ਸਾਨੂੰ ਅੰਬ ਲੱਭ ਜਾਣ ਔਰ ਗਰਮੀਆਂ ਦੇ ਵਿੱਚ ਸਾਨੂੰ ਵਿੰਟਰ ਫਰੂਟ ਮਿਲ ਜਾਏ। ਸੋ ਦੀਜ਼ ਆਰ ਥਿੰਗਸ ਜਿਹੜੀ ਕਿ ਅਸੀਂ ਸ਼ਾਇਦ ਹਿਊਮਨ ਪੂਰੀ ਦੀ ਪੂਰੀ ਜਿਹੜੀ ਮਨੁੱਖ ਹੈਗੇ, ਅਸੀਂ ਭਟਕ ਗਏ ਹਾਂ ਕਿਤੇ ਆਪਣੀ ਲਾਈਫ ਸਟਾਈਲ ਦੇ ਵਿੱਚ। ਸੋ ਜੇ ਸਿੰਪਲ ਚੀਜ਼, ਲਾਈਫ ਨੂੰ ਸਿੰਪਲ ਰੱਖਾਂਗੇ, ਸੀਜ਼ਨਲ ਫਰੂਟ ਜਿਹੜਾ ਇਸ ਮੌਸਮ ਦਾ ਜਿਹੜਾ ਫਰੂਟ ਹੈਗਾ, ਇਸ ਮੌਸਮ ਦੀ ਸਬਜ਼ੀ ਹੈਗੀ, ਉਹ ਖਾਵਾਂਗੇ ਤੇ ਪ੍ਰੋਬਲਮ 50% ਤੋਂ ਘੱਟ ਹੋਏਗੀ। ਹੁਣ ਜੇ ਜੋੜਾਂ ਦੀ ਦਰਦਾਂ ਹੈਗੀਆਂ, ਲੈਟ ਅਸ ਸੇ ਯੂਰਿਕ ਐਸਿਡ ਦੀ ਪ੍ਰੋਬਲਮ ਹੈ, ਤੇ ਉਹਦੇ ਵਿੱਚ ਦਹੀਂ, ਦੁੱਧ ਔਰ ਹਰੀ ਸਬਜ਼ੀ ਨੂੰ ਮਨਾ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਆ ਜਿਹੜੇ ਕਿ ਉਹ ਕਹਿੰਦੇ ਜੀ ਨਹੀਂ ਜੀ, ਮੈਨੂੰ ਤਾਂ ਦੁੱਧ ਵੀ ਮਨਾ ਕਰਤਾ, ਦਹੀਂ ਵੀ ਮਨਾ ਕਰਦਾ। ਦਹੀਂ, ਦੁੱਧ, ਹਰੀ ਸਬਜ਼ੀ ਰੂਟੀਨ 'ਚ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਕਿ ਕਾਲੇ ਚਨੇ, ਸਫੇਦ ਚਨੇ, ਰਾਜਮਾ ਔਰ ਪਨੀਰ ਔਰ ਨੌਨ ਵੈਜ ਜਿਹੜਾ ਹੈ ਉਹ ਘਟਾ ਦੇਣਾ ਚਾਹੀਦਾ ਹੈ। ਯੂਰਿਕ ਐਸਿਡ ਦੀ ਪ੍ਰੋਬਲਮ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਲਕੁਲ ਵੀ ਪ੍ਰੋਟੀਨ ਨਹੀਂ ਖਾਣਾ। ਆਫਟਰ ਆਲ ਹਿਊਮਨ ਬਾਡੀ ਜਿਹੜਾ ਹੈ ਉਹ ਬਹੁਤ ਵੱਡਾ ਪ੍ਰੋਟੀਨ ਦਾ ਇੱਕ ਉਹਨੂੰ ਰਿਕੁਆਇਰਮੈਂਟ ਹੈਗੀ ਹੈ ਔਰ ਪ੍ਰੋਟੀਨ ਤੋਂ ਬਗੈਰ ਉਹ ਚੱਲ ਨਹੀਂ ਸਕਦੀ। ਐਕਸੈਸ 'ਚ ਪ੍ਰੋਟੀਨ ਨਹੀਂ ਖਾਣਾ, ਇਹ ਯੂਰਿਕ ਐਸਿਡ ਆਰਥਰਾਈਟਸ ਤੋਂ ਬਚਣ ਦਾ ਇੱਕ ਤਰੀਕਾ ਹੈ। ਸੋ ਤੁਸੀਂ ਉਹਨਾਂ ਪ੍ਰੋਟੀਨ ਜ਼ਰੂਰ ਖਾਓ ਜਿੰਨਾ ਤੁਹਾਡੀ ਬਾਡੀ ਨੂੰ ਚਾਹੀਦਾ ਹੈ। ਸੋ ਉਹਦੇ ਦਿਨ ਫਿਕਸ ਕਰ ਲਓ, ਮੇਬੀ ਟਿਊਜ਼ਡੇ, ਥਰਸਡੇ 2 ਦਿਨ ਫਿਕਸ ਕਰ ਲਏ ਤੁਸੀਂ ਕਿ ਜੀ ਮੈਂ ਥੋੜ੍ਹਾ ਪ੍ਰੋਟੀਨ ਲੈਣਾ ਹੈ। ਇਸ ਤੋਂ ਇਲਾਵਾ ਜਿਹੜਾ ਡਾਇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਇਲ ਜਿਹੜਾ ਅਸੀਂ ਤਲਣ ਲਈ ਜਾਂ ਕੁਕਿੰਗ ਲਈ ਯੂਜ਼ ਕਰਦੇ ਹਾਂ, ਉਹਨੂੰ ਵੀ ਚੇਂਜ ਕਰਨਾ ਚਾਹੀਦਾ ਹੈ। ਸੋ ਕੰਟੀਨਿਊਸ ਜਿਹੜਾ ਹੈਗਾ, ਕੋਈ ਡਾਲਡਾ ਦੇ ਵਿੱਚ ਜਾਂ ਰਿਫਾਈਨਡ ਦੇ ਵਿੱਚ ਕੁਕਿੰਗ ਨਹੀਂ ਕਰਨੀ ਚਾਹੀਦੀ। ਕਦੀ ਵਨਸ ਇਨ ਅ ਬਲੂ ਮੂਨ, ਕਦੀ ਤੁਸੀਂ 2 ਮਹੀਨਿਆਂ 'ਚ, 3 ਮਹੀਨਿਆਂ 'ਚ ਇੱਕ ਵਾਰੀ ਜੇ ਤਲੀ ਪੂੜੀ ਖਾ ਵੀ ਲਈ, ਕੋਈ ਪ੍ਰੋਬਲਮ ਨਹੀਂ ਹੈ, ਖਾ ਸਕਦੇ ਹੋ, ਐਜ਼ ਲੌਂਗ ਐਜ਼ ਤੁਸੀਂ ਐਕਸਰਸਾਈਜ਼ ਕਰ ਰਹੇ ਹੋ। ਜੇ ਤੁਸੀਂ ਅੱਜ ਖਾਇਆ, ਐਕਸਰਸਾਈਜ਼ ਕੀਤੀ ਤੇ ਉਹ ਪਚ ਗਿਆ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਕੁਕਿੰਗ ਦੇ ਵਿੱਚ ਜੇ ਓਲੀਵ ਆਇਲ ਯੂਜ਼ ਹੋ ਜਾਏ, ਜਿਹੜਾ ਓਲੀਵ ਆਇਲ, ਜੈਤੂਨ ਦਾ ਤੇਲ ਜਿਹਨੂੰ ਕਹਿੰਦੇ ਆ, ਤੇ ਉਹ ਬਹੁਤ ਹੀ ਅੱਛਾ ਰਹਿੰਦਾ ਸਾਡੀ ਸਿਹਤ ਵਾਸਤੇ। ਸਪੈਸ਼ਲੀ ਓਲੀਵ ਆਇਲ ਦੇ ਨਾਲ ਜੇ ਤੁਸੀਂ ਮਾਲਿਸ਼ ਕਰੋ, ਮਾਲਿਸ਼ ਦਾ ਵੀ ਜਿਹੜਾ ਬਹੁਤ ਵੱਡਾ ਰੋਲ ਹੈ ਜੁਆਇੰਟ ਪੇਨਸ ਔਰ ਮਸਲ ਏਕਸ ਨੂੰ ਰੋਕਣ ਵਾਸਤੇ। ਤੀਸਰੀ ਚੀਜ਼ ਹੈ ਜਿਹੜਾ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਦੀ। ਸੋ ਕੈਲਸ਼ੀਅਮ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਜਿਹੜੀ ਮੌਸਮੀ ਹੁੰਦੀਆਂ, ਗੁੜ, ਕੇਲਾ, ਫੂਲ ਮਖਾਣੇ, ਦਹੀਂ, ਦੁੱਧ, ਪਨੀਰ, ਡੇਰੀ ਪ੍ਰੋਡਕਟਸ ਜਿੰਨੇ ਹੈਗੇ, ਇਹ ਸਾਰੇ ਹਾਈ ਕੈਲਸ਼ੀਅਮ ਡਾਇਟ ਦਿੰਦੇ ਆ ਔਰ ਇਹਨਾਂ ਦੇ ਨਾਲ ਹੱਡੀ ਵੀਕ ਹੋਣ ਤੋਂ ਬਚਦੀ ਹੈ। ਬਿਲਕੁਲ, ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਉਹ ਤੁਹਾਡਾ ਡਾਕਟਰ ਬਣਿਆ ਹੋਇਆ, ਉਹਦੀ ਸਲਾਹ ਘੱਟ ਤੇ ਡਾਕਟਰ ਦੀ ਸਲਾਹ ਜ਼ਿਆਦਾ ਮੰਨੋ। ਤੇ ਡਾਕਟਰ ਸਾਹਿਬ ਇਹ ਵੀ ਵੇਖਣ ਨੂੰ ਮਿਲਿਆ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਕੋਵਿਡ ਦੇ ਦੌਰਾਨ ਜੋ ਹੈ ਚੁੱਲ੍ਹੇ ਦੇ ਦਰਦਾਂ ਦੇ ਜਿਹੜੇ ਜੋੜ ਹੁੰਦੇ ਨੇ ਚੁੱਲ੍ਹੇ ਦੇ, ਉਹਦੇ ਵਿੱਚ ਬਹੁਤ ਜ਼ਿਆਦਾ ਦਰਦ ਲੋਕਾਂ ਨੂੰ ਹੋਣਾ ਸ਼ੁਰੂ ਹੋ ਗਿਆ। ਇਹ ਗੱਲ ਕਿੱਥੋਂ ਤੱਕ ਸਹੀ ਹੈ? ਇਹ ਕਾਫੀ ਹੱਦ ਤੱਕ ਸਹੀ ਹੈ ਜੀ। ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਦੋਂ ਇਹ ਕੋਵਿਡ ਦੀ ਮਹਾਮਾਰੀ ਆਈ, ਉਸ ਤੋਂ ਬਾਅਦ ਰਿਕਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਹੈ ਕੋਵਿਡ ਦੇ ਜਿਹੜੇ ਸ਼ਿਕਾਰ ਹੋਏ ਸੀ, ਉਹਨਾਂ ਨੂੰ ਦਰਦਾਂ ਵੱਧ ਗਈਆਂ। ਸੋ ਇਹ ਦਰਦਾਂ ਨੂੰ ਅਸੀਂ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ। ਇੱਕ ਹੈਗਾ ਮਾਇਲਜੀਆ, ਯਾਨੀ ਕਿ ਮਾਸਪੇਸ਼ੀਆਂ ਦਾ ਦੁਖਣਾ। ਇੱਕ ਹੈਗਾ ਆਰਥਰੈਲਜੀਆ, ਯਾਨੀ ਕਿ ਜੋੜਾਂ ਦਾ ਦੁਖਣਾ। ਦੋਨੇ ਹੀ ਚੀਜ਼ਾਂ ਕੋਵਿਡ ਤੋਂ ਬਾਅਦ ਜਿਹੜੀਆਂ ਉਹ ਹੈਗੀਆਂ, ਕਿਉਂਕਿ ਕੋਵਿਡ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਮਤਲਬ ਹਾਈ ਡੋਜ਼ ਸਟੀਰੋਇਡ ਦੇ ਨਾਲ ਟ੍ਰੀਟਮੈਂਟ ਵੀ ਕਰਨਾ ਜ਼ਰੂਰੀ ਸੀਗਾ, ਉਹਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ ਸੀ। ਹਾਈ ਡੋਜ਼ ਸਟੀਰੋਇਡ ਜਿਹੜਾ ਉਹ ਆਪਣੇ ਆਪ 'ਚ ਸਰੀਰ ਨੂੰ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਜਿਹੜੀਆਂ ਕੋਵਿਡ ਤੋਂ ਬਾਅਦ ਰਿਕਵਰੀ ਜਿਹੜੀ ਹੈਗੀ ਹੈ, ਉਹ ਵੀ ਤਕਰੀਬਨ ਲੱਗਦਾ ਹੈ ਕਿ ਰਿਕਵਰੀ ਹੋ ਗਈ। 5 ਦਿਨ 7 ਦਿਨ 'ਚ ਤੁਸੀਂ ਆਈਸੋਲੇਟ ਹੋ ਕੇ ਘਰ ਚਲੇ ਗਏ, ਅਸੀਂ ਕੰਮ ਵੀ ਕਰਨਾ ਸ਼ੁਰੂ ਕਰਤਾ। ਲੇਕਿਨ ਫਿਰ ਵੀ ਜਿਹੜੀ ਬੋਡੀ ਏਕਸ ਔਰ ਜਿਹੜਾ ਜਿਹਨੂੰ ਕਹਿੰਦੇ ਹੋ ਕਿ ਫੀਲਿੰਗ ਆਫ ਲੋ, ਸਾਰਾ ਦਿਨ ਥਕਾਵਟ ਟਾਈਪ ਦੀ ਜਿਹੜੀ ਫੀਲਿੰਗ ਹੈ, ਉਹ ਕੋਵਿਡ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ 6 ਤੋਂ 8 ਮਹੀਨੇ ਤੱਕ ਰਹਿੰਦੀ ਹੈ। ਇਹ ਜਿਹੜੀ ਜੋੜ ਦੀ ਪ੍ਰੋਬਲਮ ਹੈ, ਜੇ ਕਿਸੇ ਵੀ ਜੁਆਇੰਟ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜੋੜ ਦੀ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ, ਖਾਸ ਤੌਰ ਤੇ ਔਰ ਸਪੌਂਟੇਨੀਅਸ ਹੈ, ਜਿਹੜੀ ਕਿ ਪਹਿਲੇ ਨਹੀਂ ਸੀ। ਇੱਕ ਕੋਵਿਡ ਦੇ ਵਿੱਚ ਹੋਰ ਚੀਜ਼ ਹੈ, ਤੁਸੀਂ ਦੇਖੋ ਕਿ ਜਿਹੜੇ ਵੇਲੇ ਜੋੜ ਦੇ ਵਿੱਚ ਜਾਂ ਬੋਡੀ ਪਾਰਟ ਦੇ ਵਿੱਚ ਤੁਹਾਨੂੰ ਪਹਿਲੇ ਵੀਕਨੈਸ ਸੀਗੀ, ਜੇ ਕਿਸੇ ਦਾ ਮੋਢਾ ਦੁਖਦਾ ਸੀ ਨਾ, ਉਹ ਕੋਵਿਡ ਤੋਂ ਬਾਅਦ ਮੋਢਾ ਦੁਬਾਰਾ ਤੋਂ ਦੁਖਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਬੋਡੀ ਨੂੰ ਰੀਸੈਟ ਕਰ ਦਿੰਦੀ ਹੈ। ਜਿਹੜੀ ਤੁਹਾਡੀ ਮਾਸਪੇਸ਼ੀ ਬਣੀ, ਜੋ ਤੁਸੀਂ ਮੈਕੈਨਿਜ਼ਮਸ ਬਣਾਏ ਆਪਣੇ ਆਪ ਨੂੰ ਫਿਟ ਰੱਖਣ ਦੇ, ਉਹ ਸਾਰੇ ਖਤਮ ਹੋ ਗਏ। ਸੋ 0 ਤੋਂ ਸਟਾਰਟ ਕਰਕੇ ਉਹਦਾ ਇਲਾਜ ਕਰੋ। ਜੇ ਕਿਸੇ ਜੋੜ ਦੇ ਵਿੱਚ ਪਹਿਲਾਂ ਤੋਂ ਵੀ ਵੱਧ ਜਾਂ ਪਹਿਲਾਂ ਨਹੀਂ ਸੀ,
ਹੁਣ ਖਾਸ ਦਰਦ ਆ ਰਹੀ ਹੈ ਤੇ ਆਪਣੇ ਡਾਕਟਰ ਨੂੰ ਕੰਸਲਟ ਜ਼ਰੂਰ ਕਰੋ। ਹੋ ਸਕਦਾ ਹੈ ਕਿ ਕੋਈ ਸਟੀਰੋਇਡ ਦੇ ਨਾਲ ਰਿਲੇਟਡ ਜਾਂ ਕੋਵਿਡ ਦੇ ਨਾਲ ਰਿਲੇਟਡ ਹੀ ਬਲੱਡ ਸਪਲਾਈ ਬੰਦ ਹੋਣ ਦੀ ਪ੍ਰੋਬਲਮ ਸ਼ੁਰੂ ਹੋ ਗਈ ਹੋ। ਅੱਛਾ ਡਾਕਟਰ ਸਾਹਿਬ, ਜੇ ਹੁਣ ਚੂਲਾ ਜਿਹੜਾ ਉਹ ਖਰਾਬ ਹੀ ਹੋ ਗਿਆ ਬਿਲਕੁਲ, ਤੇ ਇਹਦਾ ਇਲਾਜ ਕੀ ਹੈ? ਓਕੇ, ਜਿਸ ਤਰ੍ਹਾਂ ਕਿ ਮੈਂ ਕਿਹਾ ਸੀ ਸਟੀਰੋਇਡ ਦੇ ਨਾਲ ਪ੍ਰੋਬਲਮਸ ਆ ਰਹੀਆਂ, ਸਭ ਤੋਂ ਜਿਹੜਾ ਕਾਮਨਲੀ ਅਫੈਕਟਡ ਜੋੜ ਹੈ, ਜਿਹੜਾ ਕਿ ਸਭ ਤੋਂ ਜ਼ਿਆਦਾ ਖਰਾਬ ਹੋਇਆ ਸਟੀਰੋਇਡ ਦੇ ਨਾਲ, ਉਹ ਹੈ ਚੂਲੇ ਦਾ ਜੋੜ, ਜਿਹੜਾ ਸਾਡਾ ਹਿਪ ਜੁਆਇੰਟ ਹੁੰਦਾ ਹੈ, ਜਿੱਥੇ ਤੁਹਾਡੀ ਲੱਤ ਜਿਹੜੀ ਹੈ ਤੁਹਾਡੇ ਧੜ ਦੇ ਨਾਲ ਜੁੜਦੀ ਹੈ। ਦੈਟ ਜੁਆਇੰਟ ਇਜ਼ ਕਾਲਡ ਹਿਪ ਜੁਆਇੰਟ, ਜਿਹਦੇ ਨਾਲ ਅਸੀਂ ਚੌਂਕੜੀ ਮਾਰਦੇ ਹਾਂ, ਪੌੜੀ ਚੜ੍ਹਦੇ ਹਾਂ। ਹਿਪ ਜੁਆਇੰਟ ਇਜ਼ ਐਨ ਇੰਪੋਰਟੈਂਟ ਜੁਆਇੰਟ, ਇੱਕ ਹੈ ਬॉल ਐਂਡ ਸੌਕੇਟ ਜੁਆਇੰਟ ਹੁੰਦਾ ਹੈ, ਔਰ ਇਨੀਸ਼ੀਅਲ ਸਟੇजेस ਦੇ ਵਿੱਚ ਜੇ ਡਿਟੈਕਟ ਹੋ ਜਾਏ ਤੇ ਇਹਨੂੰ ਕੈਲਸ਼ੀਅਮ ਔਰ ਐਲੈਂਡਰੋਨੇਟ ਬਿਸਫਾਸਫੋਨੇਟਸ ਨਾਂ ਦੀ ਦਵਾਈਆਂ ਦੇ ਕੇ ਇਹਦੀ ਬਲੱਡ ਸਪਲਾਈ ਨੂੰ ਥੋੜਾ ਕੁਝ ਹੱਦ ਤੱਕ ਬਚਾਇਆ ਜਾ ਸਕਦਾ ਹੈ। ਕੋਵਿਡ ਦੇ ਵਿੱਚ ਦੋ ਤਰ੍ਹਾਂ ਦੀ ਪ੍ਰੋਬਲਮਸ ਦੇਖੀਆਂ। ਇੱਕ ਤਾਂ ਖੂਨ ਗਾੜਾ ਹੋਣ ਕਾਰਨ ਕਿਤੇ ਵੀ ਜਾ ਕੇ ਉਹ ਕਲੌਟ ਬਣ ਸਕਦਾ ਹੈ ਔਰ ਚੂਲੇ ਦੀ ਆਪਣੀ ਹੀ ਬਲੱਡ ਸਪਲਾਈ ਬੰਦ ਹੋ ਜਾਂਦੀ ਹੈ। ਦੂਸਰਾ, ਖੂਨ ਬਹੁਤ ਜ਼ਿਆਦਾ ਪਤਲਾ ਹੋ ਜਾਏ, ਉਹਦੇ ਨਾਲ ਵੀ ਪ੍ਰੋਬਲਮ ਆ ਸਕਦੀ ਹੈ। ਸੋ ਜਿਹੜੀ ਕਲੌਟਿੰਗ ਦੀ ਪ੍ਰੋਬਲਮ ਹੈ, ਸਟੀਰੋਇਡ ਯੂਜ਼ ਹੋਇਆ ਉਹਦੇ ਨਾਲ, ਇਹ ਦੋ ਚੀਜ਼ਾਂ ਦੇ ਨਾਲ ਚੂਲੇ ਦਾ ਜੋੜ ਜਿਹੜਾ ਹੈ ਉਹ ਖਰਾਬ ਹੋ ਗਿਆ। ਔਰ ਇੱਕ ਸਟੇਜ ਤੋਂ ਬਿਯੋਂਡ ਜੇ ਉਹ ਲੰਘ ਜਾਏ ਤੇ ਉਹਦਾ ਕੋਈ ਰਿਵਰਸ ਕਰਨ ਦਾ ਉਹਦਾ ਕੋਈ ਤਰੀਕਾ ਨਹੀਂ ਹੈ, ਔਰ ਫਾਈਨਲੀ ਫਿਰ ਉਹਨਾਂ ਪੇਸ਼ੈਂਟਸ ਨੂੰ ਚੂਲਾ ਬਦਲਾਣਾ ਪੈਂਦਾ ਹੈ, ਜਾਂ ਜਿਹਨੂੰ ਕਹਿੰਦੇ ਆ ਹਿਪ ਰਿਪਲੇਸਮੈਂਟ ਸਰਜਰੀ ਕਰਾਣੀ ਹੀ ਪੈਂਦੀ ਹੈ, ਕਿਉਂਕਿ ਇੰਨੀ ਅਨਟੋਲਰੇਬਲ ਪੇਨ, ਜਿਹੜੀ ਦਰਦ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਚੇਂਜ ਕੀਤੇ ਬਗੈਰ ਉਹ ਨਹੀਂ ਚੱਲ ਸਕਦੇ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਵਿਡ ਦਾ ਅਸਰ ਜਿਹੜਾ ਹੈ ਉਹ ਚੂਲੇ ਦੇ ਜੁਆਇੰਟ 'ਤੇ ਹੋਇਆ ਹੈ ਤੇ ਉਹਦੇ ਕਾਰਨ ਹਿਪ ਰਿਪਲੇਸਮੈਂਟ ਕਰਨਾ ਪੈਂਦਾ ਜਦੋਂ ਐਕਸਟ੍ਰੀਮ ਉਹ ਪਹੁੰਚ ਜਾਏ, ਤੇ ਹੋਰ ਵੀ ਜੁਆਇੰਟਸ 'ਤੇ ਇਸ ਦਾ ਅਸਰ ਜਿਹੜਾ ਹੈ ਉਹ ਕਾਫੀ ਹੱਦ ਤੱਕ ਵੇਖਣ ਨੂੰ ਮਿਲੇ? ਬਿਲਕੁਲ। ਸੋ ਜਿਹੜਾ ਸਟੀਰੋਇਡ ਯੂਜ਼ ਦੇ ਨਾਲ ਕਿਸੇ ਵੀ ਬੋਨ ਦੇ ਐਂਡ, ਮਤਲਬ ਕਿ ਹੱਡੀ ਦਾ ਜਿਹੜਾ ਸਿਰਾ ਹੁੰਦਾ ਹੈ ਉਹਦੇ ਉੱਥੇ ਜੋੜ ਬਣਦਾ ਹੈ, ਦੋ ਹੱਡੀਆਂ ਆਪਸ 'ਚ ਚੱਲਦੀਆਂ, ਉਹ ਕਿਤੇ ਵੀ ਕਲੌਟਿੰਗ ਹੋਣ ਦੇ ਨਾਲ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ, ਜਿਹਦੇ ਨਾਲ ਉਹ ਹੱਡੀ ਸੁੱਕ ਕੇ ਢਹਿ ਜਾਂਦੀ ਹੈ। ਔਰ ਜੁਆਇੰਟ ਦੇ ਅੰਦਰ ਹੱਡੀ ਜੇ ਢਹਿ ਜਾਏ ਤੇ ਓਬਵੀਅਸਲੀ ਜੁਆਇੰਟ ਦੀ ਵੇਟ ਚੱਕਣ ਦੀ ਸ਼ਕਤੀ ਜਾਂ ਮੁੜਨ ਦੀ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਹ ਚੀਜ਼ ਅਸੀਂ ਮੇਨਲੀ ਕੂਲੇ ਦੇ ਜੁਆਇੰਟ ਦੇ ਵਿੱਚ ਦੇਖਦੇ ਹਾਂ, ਪਰ ਉਸ ਤੋਂ ਇਲਾਵਾ ਗੋਡਾ, ਕੂਹਣੀ ਔਰ ਮੋਢਾ, ਇਹਨਾਂ ਚੀਜ਼ਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਦੇਖ ਰਹੇ ਹਾਂ। ਸ਼ੋਲਡਰ ਜੁਆਇੰਟ ਜਿਹੜਾ ਹੈਗਾ, ਇੱਕ ਆਮ ਤੌਰ ਤੇ ਦੇਖਾਂਗੇ ਤੁਸੀਂ ਕਿ ਬਹੁਤ ਨਿਗਲੈਕਟਡ ਜੁਆਇੰਟ ਹੈਗਾ। ਮੋਢੇ ਦਾ ਸਰੀਰ ਦੇ ਵਿੱਚ ਜਿਹੜਾ ਕੰਮ ਕੀ ਹੈਗਾ ਕਿ ਹੱਥ ਨੂੰ ਜਿੱਥੇ ਚਾਹੀਦਾ ਉੱਥੇ ਰੱਖਣਾ। ਸੋ ਜੇ ਤੁਹਾਨੂੰ ਕੰਘੀ ਕਰਨੀ ਹੈ, ਤੁਹਾਨੂੰ ਮੂੰਹ ਧੋਣਾ ਹੈ, ਰੋਟੀ ਖਾਣੀ ਹੈ, ਸੋ ਮੋਢੇ ਦੀ ਮੂਵਮੈਂਟ ਜਿਹੜੀ ਹੈ, ਪਿੱਛੋਂ ਤੁਸੀਂ ਪਰਸ ਕੱਢਣਾ ਹੈ, ਸੋ ਪਿੱਠੀ ਖੁਰਜਲਣੀ ਹੈ, ਸਿੰਪਲ ਐਜ਼ ਦੈਟ, ਤੇ ਉਹਦੇ ਵਾਸਤੇ ਮੋਢੇ ਦਾ ਜੋੜ ਚਾਹੀਦਾ ਹੈ। ਜੇ ਮੋਢੇ ਦੇ ਜੋੜ ਦੀ ਮੂਵਮੈਂਟ ਘਟ ਜਾਏ ਤੇ ਉੱਪਰ ਓਵਰਹੈਡ ਐਕਟੀਵਿਟੀ ਜਿਹੜੀ ਹੈ ਉਹ ਤੁਸੀਂ ਨਹੀਂ ਕਰ ਪਾਉਂਦੇ। ਜਿਸ ਤਰ੍ਹਾਂ ਕਿ ਮੈਂ ਪਹਿਲੇ ਕਿਹਾ ਸੀ, ਕਿਚਨ ਦੇ ਵਿੱਚ ਤੁਸੀਂ ਕੋਈ ਚੀਜ਼ ਚੱਕਣੀ ਹੈ, ਤੁਸੀਂ ਅਲਮਾਰੀ ਦੀ ਟੌਪ ਸ਼ੈਲਫ ਤੋਂ ਇੱਕ ਕਮੀਜ਼ ਹੀ ਕੱਢਣੀ ਹੈ ਆਪਣੇ ਵਾਸਤੇ, ਉਹ ਵੀ ਕਰਨਾ ਔਖਾ ਹੋ ਜਾਂਦਾ ਹੈ। ਐਂਡ ਸਿੰਪਲ ਪੱਗ ਬੰਨਣੀ ਹੈ ਜਾਂ ਕੰਘੀ ਕਰਨੀ ਹੈ, ਉਹ ਪੋਸੀਬਲ ਨਹੀਂ ਹੈ। ਸੋ ਮੋਢੇ ਦਾ ਜੋੜ ਵੀ ਜਿਹੜਾ ਹੈਗਾ, ਜੇ ਉਹ ਖਰਾਬ ਹੋ ਜਾਏ ਤੇ ਇੱਕ ਸਟੇਜ ਤੋਂ ਬਾਅਦ ਉਹਦਾ ਦੂਰਬੀਨ ਦੇ ਨਾਲ ਜਿਹੜਾ ਆਪਰੇਸ਼ਨ ਕਰਕੇ ਉਹਦੀ ਮਾਸਪੇਸ਼ੀਆਂ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ। ਉਹ ਵੀ ਇੱਕ ਸਪੋਰਟਸਮੈਨ ਦੀ ਸਰਜਰੀ ਹੈਗੀ ਹੈ। ਇੱਕ ਕਾਮਨ ਬਿਮਾਰੀ ਜਿਹੜੀ ਅਸੀਂ ਦੇਖਦੇ ਹਾਂ ਉਹ ਹੈ ਮੋਢੇ ਦੀ ਫਰੋਜ਼ਨ ਸ਼ੋਲਡਰ, ਜਿਹਨੂੰ ਕਹਿ ਦਿੰਦਾ ਹੈ। ਬਹੁਤ ਸਾਰੇ ਲੋਕ ਜਿਹੜੇ ਹੈ ਕਿ ਹਰ ਮੋਢੇ ਦੀ ਪ੍ਰੋਬਲਮ ਨੂੰ ਕਹਿੰਦੇ ਜੀ ਮੇਰਾ ਮੋਢਾ ਜਾਮ ਹੋ ਗਿਆ, ਫਰੋਜ਼ਨ ਸ਼ੋਲਡਰ ਹੋ ਗਿਆ। ਹਰ ਮੋਢੇ ਦੀ ਦਰਦ ਫਰੋਜ਼ਨ ਸ਼ੋਲਡਰ ਨਹੀਂ ਹੈ। ਫਰੋਜ਼ਨ ਸ਼ੋਲਡਰ ਉਹ ਜੁਆਇੰਟ ਹੈ ਜਿਹੜਾ ਕਿ ਪਿੱਛੇ ਨਹੀਂ ਜਾ ਸਕਦਾ ਔਰ ਸਾਈਡ ਤੋਂ ਤੁਸੀਂ ਉਹਨੂੰ ਚੱਕ ਨਹੀਂ ਸਕਦੇ। ਫਰੋਜ਼ਨ ਸ਼ੋਲਡਰ ਸਿਰਫ ਔਰ ਸਿਰਫ ਐਕਸਰਸਾਈਜ਼ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ। ਦਵਾਈ ਸਿਰਫ ਪੇਨ ਨੂੰ ਕੰਟਰੋਲ ਕਰਨ ਲਈ, ਜਾਂ ਜੋ ਬਹੁਤ ਜ਼ਿਆਦਾ ਤਕਲੀਫ ਹੋਏ ਤੇ ਉਹਦੇ ਵਿੱਚ ਇੱਕ ਸਟੀਰੋਇਡ ਦਾ ਇੰਜੈਕਸ਼ਨ ਲਗਾਇਆ ਜਾ ਸਕਦਾ ਹੈ, ਜਿਹੜਾ ਕਿ ਡਾਇਬੀਟਿਕ ਪੇਸ਼ੈਂਟ ਨੂੰ ਵੈਸੇ ਹੀ ਅਵੋਇਡ ਕਰਨਾ ਚਾਹੀਦਾ ਹੈ। ਫਰੋਜ਼ਨ ਸ਼ੋਲਡਰ ਦੇ ਬਾਰੇ ਲੋਕ ਬਹੁਤ ਸਾਰੀ ਗਲਤ ਧਾਰਨਾ ਆਪਣੇ ਦਿਮਾਗ ਦੇ ਵਿੱਚ ਲੈ ਕੇ ਬੈਠ ਜਾਂਦੇ ਹੈ ਔਰ ਐਕਸਰਸਾਈਜ਼ ਨਹੀਂ ਕਰਦੇ। ਇਨੀਸ਼ੀਅਲ ਸਟੇਜ ਦੇ ਵਿੱਚ ਜੇ ਫਰੋਜ਼ਨ ਸ਼ੋਲਡਰ ਦਾ ਡਾਇਗਨੋਸਿਸ ਹੋ ਜਾਏ ਔਰ ਉਹਦੇ ਲਈ ਤੁਸੀਂ ਐਕਸਰਸਾਈਜ਼ ਕਰ ਲਓ ਤੇ ਬਿਲਕੁਲ ਨਾਰਮਲ ਹੋ ਜਾਂਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਹਿਪ ਰਿਪਲੇਸਮੈਂਟ ਦਾ ਜ਼ਿਕਰ ਕੀਤਾ, ਇੱਥੇ ਇਹ ਜਾਣਨਾ ਚਾਹਾਂਗਾ ਕਿ ਪਹਿਲੇ ਤਾਂ ਇਹ ਕੀਤੀ ਕਿਵੇਂ ਜਾਂਦੀ ਹੈ ਤੇ ਕੀ ਯੰਗ ਪੇਸ਼ੈਂਟ ਦੇ ਵਿੱਚ ਵੀ ਹਿਪ ਰਿਪਲੇਸਮੈਂਟ ਹੋ ਸਕਦੀ ਹੈ? ਕਿਉਂਕਿ ਬਜ਼ੁਰਗਾਂ ਦੇ ਵਿੱਚ ਆਮ ਸੁਣਨ ਨੂੰ ਮਿਲਦਾ ਹੈ ਕਿ ਚੁੱਲਾ ਟੁੱਟ ਗਿਆ ਤੇ ਰਿਪਲੇਸ ਕਰ ਦਿੱਤਾ ਗਿਆ। ਬਿਲਕੁਲ। ਸੋ ਬਜ਼ੁਰਗਾਂ ਦੇ ਵਿੱਚ ਤਾਂ ਇੱਕ ਬਹੁਤ ਹੀ ਕਾਮਨ ਸਰਜਰੀ ਬਣ ਚੁੱਕੀ ਹੈ ਹਿਪ ਰਿਪਲੇਸਮੈਂਟ। ਜਿਵੇਂ ਕਿ ਚੂਲਾ ਟੁੱਟ ਗਿਆ ਔਰ ਉਹਨੂੰ ਸਕਰੂ ਲਗਾ ਕੇ ਜਾਂ ਪਲੇਟ ਲਗਾ ਕੇ ਜੇ ਨਹੀਂ ਫਿਕਸ ਕੀਤਾ ਜਾ ਸਕਦਾ, ਖਾਸ ਤੌਰ ਤੇ ਜੇ ਏਜ ਜ਼ਿਆਦਾ ਹੈ, ਮਤਲਬ ਆਲਮੋਸਟ 70 ਤੋਂ ਉੱਪਰ ਜੇ ਏਜ ਹੋਏ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਪਲੇਟ ਲਗਾ ਕੇ ਫਿਰ ਉਹਨਾਂ ਨੂੰ ਬੈੱਡ ਰੈਸਟ ਦੇਣ ਦੀ ਕੋਸ਼ਿਸ਼ ਨਾ ਕਰੀਏ। ਤੇ ਜਿਹੜਾ ਜੁਆਇੰਟ ਹੈ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਕਿ ਇਹ 70 ਸਾਲ ਨਿਕਲ ਗਈ ਹੈ, ਸੋ ਵੀ ਗਿਵ ਸਮਥਿੰਗ ਜਿਹਦੇ ਨਾਲ ਕਿ ਅਗਲੇ 30 ਸਾਲ ਜਿਹੜੇ ਰੱਬ ਨੇ 100 ਸਾਲ ਲਿਖੇ ਅਸੀਂ ਮੰਨ ਕੇ ਚੱਲਦੇ ਹਾਂ, ਤੇ ਜਿਹੜੇ ਅਗਲੇ 30 ਸਾਲ ਹੈ ਉਹ ਕੰਫਰਟੇਬਲੀ ਨਿਕਲ ਜਾਣ। ਸੋ ਚੂਲਾ ਬਦਲਣ ਦਾ ਆਪਰੇਸ਼ਨ ਜਿਹੜਾ ਹੈ ਬਜ਼ੁਰਗਾਂ ਦੇ ਵਿੱਚ ਇਸ ਮਕਸਦ ਨਾਲ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਜਿੰਨੀ ਛੇਤੀ ਅਸੀਂ ਖੜੇ ਕਰਕੇ ਚਲਾਵਾਂਗੇ, ਉਨੀ ਛੇਤੀ ਜਿਹੜਾ ਹੈ ਉਹ ਆਪਣੀ ਲਾਈਫ 'ਚ ਐਕਟੀਵਿਟੀ 'ਚ ਵਾਪਸ ਆਵਾਂਗੇ।
ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਯੰਗ ਪੇਸ਼ੈਂਟਸ ਦੀ, ਜਿਵੇਂ ਕਿ ਲੈਟ ਅਸ ਸੇ ਕਿਸੇ 30 ਸਾਲ ਦੇ ਬੱਚੇ ਦਾ ਨਸ਼ੇ ਦੇ ਨਾਲ ਜਾਂ ਸ਼ਰਾਬ ਦੇ ਸੇਵਨ ਦੇ ਨਾਲ ਜਿਹੜਾ ਜੁਆਇੰਟ ਹੈ, ਹਿਪ ਜੁਆਇੰਟ ਖਾਸ ਤੌਰ ਤੇ, ਉਹਦੀ ਬਲੱਡ ਸਪਲਾਈ ਬੰਦ ਹੋ ਜਾਂਦੀ ਹੈ। ਬਲੱਡ ਸਪਲਾਈ ਬੰਦ ਹੋਣ ਤੋਂ ਬਾਅਦ ਜੇ ਉਹ ਸੁੱਕ ਕੇ ਢਹਿ ਜਾਂਦਾ ਹੈ ਤੇ ਇਨੀਸ਼ੀਅਲ ਸਟੇजेस ਦੇ ਵਿੱਚ ਉਹਨੂੰ ਦਵਾਈ ਦੇ ਨਾਲ ਮੈਨੇਜ ਕਰ ਸਕਦੇ ਹੋ, ਸਾਲ 2 ਸਾਲ ਚੱਲ ਜਾਣ, ਬਟ ਫਾਈਨਲੀ ਉਹਨਾਂ ਨੂੰ ਹਿਪ ਰਿਪਲੇਸਮੈਂਟ ਸਰਜਰੀ ਜਿਹੜੀ ਹੈ ਉਹ ਕਰਾਉਣੀ ਪੈਂਦੀ ਹੈ। ਕੁਝ ਸਾਲ ਪਹਿਲੇ ਤੱਕ ਜਿਹੜਾ ਅਸੀਂ ਸੋਚਦੇ ਸੀ ਕਿ ਜਿੰਨਾ ਚੂਲਾ ਚੱਲ ਜਾਏ ਉਨਾ ਅੱਛਾ, ਜਾਂ ਚੂਲਾ ਤਾਂ ਇਹ ਵੀ ਨਹੀਂ ਕਿ ਉਹ ਚੱਲ ਜਾਏ, ਬਿਕੋਜ਼ ਹਿਪ ਜੁਆਇੰਟ ਇੱਕ ਇਸ ਤਰ੍ਹਾਂ ਦਾ ਜੁਆਇੰਟ ਹੈ ਕਿ ਜੇ ਉਹ ਸਟਿਫ ਹੋ ਜਾਏ ਤਾਂ ਤੁਸੀਂ ਕੁਰਸੀ ਤੇ ਵੀ ਨਹੀਂ ਬੈਠ ਸਕਦੇ, ਪੌਟ ਤੇ ਨਹੀਂ ਬੈਠ ਸਕਦੇ, ਕਾਰ ਨਹੀਂ ਚਲਾ ਸਕਦੇ, ਸਕੂਟਰ ਨਹੀਂ ਚਲਾ ਸਕਦੇ, ਈਵਨ ਤੁਰਨਾ ਔਖਾ ਹੋ ਜਾਂਦਾ ਹੈ। ਸੋ ਉਸ ਜੁਆਇੰਟ ਨੂੰ ਬਦਲਣ ਦੀ ਜਿਹੜੀ ਟੈਕਨੋਲੋਜੀ ਹੈਗੀ ਹੈ ਉਹਦੇ ਤੇ ਬਹੁਤ ਮਿਹਨਤ ਕੀਤੀ ਗਈ ਹੈ। ਦੁਨੀਆ ਭਰ ਦੇ ਵਿੱਚ ਹੁਣ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਹੈ, ਇਸ ਤਰ੍ਹਾਂ ਦੇ ਜੁਆਇੰਟਸ ਬਣ ਚੁੱਕੇ ਹੈ ਜਿਹੜੇ ਕਿ ਅਪ ਟੂ 40 ਇਅਰਸ ਤੱਕ ਜਿਹੜਾ ਹੈ ਉਹਦੀ ਲਾਈਫ ਹੈ। ਸੋ ਇੱਕ ਆਰਟੀਫਿਸ਼ੀਅਲ ਜੁਆਇੰਟ ਯੰਗ ਪੇਸ਼ੈਂਟ ਦੇ ਵਿੱਚ ਅਸੀਂ ਪਹਿਲੇ ਇਸ ਕਰਕੇ ਨਹੀਂ ਪਾਉਂਦੇ ਸੀ, ਡਰਦੇ ਮਾਰੇ ਕਿ ਜੀ ਇਹ 4 ਸਾਲ ਦੇ ਵਿੱਚ ਖਰਾਬ ਹੋ ਗਿਆ ਤੇ ਇਹਦਾ ਫਾਇਦਾ ਕੀ ਕਰਨ ਦਾ, ਉਹਦਾ ਆਪਰੇਸ਼ਨ ਵੀ ਹੋਏ, ਉਹ ਸਾਰਾ ਮਿਹਨਤ ਵੀ ਲੱਗੇ, ਪੈਸੇ ਵੀ ਲੱਗਣ, ਤਕਲੀਫ ਵੀ ਸਹੀ ਅਗਲਾ, ਤੇ ਉਹ ਟੈਕਨੋਲੋਜੀ ਜਿਹੜੀ ਹੈ ਇੰਨੀ ਸੀਗੀ ਨਹੀਂ ਕਿ ਉਹਨੂੰ ਉਹ ਐਡਵਾਂਸਮੈਂਟ ਉਨੀ ਅੱਛੀ ਲਾਈਫ ਦੇ ਸਕੇ। ਦੂਸਰਾ ਡਿਫਰੈਂਸ ਹੈ ਕਿ ਯੰਗ ਪੇਸ਼ੈਂਟ ਦੀ ਐਕਟੀਵਿਟੀ ਡਿਮਾਂਡ ਵੀ ਬਹੁਤ ਹੈ। ਜਿਹੜਾ ਚੂਲਾ ਅਸੀਂ 75 ਸਾਲ ਦੇ ਜਾਂ 80 ਸਾਲ ਦੇ ਬਜ਼ੁਰਗ ਦੇ ਵਿੱਚ ਪਾ ਦਿੰਦੇ ਹਾਂ, ਉਹ ਸੇਮ ਚੂਲਾ 30 ਸਾਲ ਜਾਂ 35 ਸਾਲ ਦੇ ਯੰਗਸਟਰ ਦੇ ਵਿੱਚ, ਸਪੈਸ਼ਲੀ ਮੇਲ ਪੇਸ਼ੈਂਟ ਦੇ ਵਿੱਚ ਨਹੀਂ ਪਾ ਸਕਦੇ, ਕਿਉਂਕਿ ਉਹਨੇ ਸਭ ਕੁਝ ਕਰਨਾ, ਉਹਨੇ ਸਵਿਮਿੰਗ ਵੀ ਕਰਨੀ ਹੈ, ਉਹਨੇ ਗੱਡੀ ਵੀ ਚਲਾਉਣੀ, ਉਹਨੇ ਪੌੜੀ ਵੀ ਚੜ੍ਹਨੀ, ਉਹਨੇ ਕਹਿਣਾ ਮੇਰੀ ਨਾਰਮਲ ਲਾਈਫ ਮੈਨੂੰ ਚਾਹੀਦੀ ਹੈ। ਸੋ ਉਸ ਮਕਸਦ ਤੋਂ ਉਹਨੂੰ ਦੇਖਦੇ ਹੋਏ ਟੈਕਨੋਲੋਜੀ ਜਿਹੜੀ ਹੈਗੀ ਹੈ, ਸਾਇੰਸ ਨੇ ਇੰਨਾ ਕੰਮ ਕੀਤਾ ਕਿ ਅਸੀਂ ਉਹਦੇ ਲਈ ਨਿਊ ਟੈਕਨੋਲੋਜੀ ਦੇ ਨਾਲ ਅਸੀਂ ਉਹਦੇ ਲਈ ਇੰਨੀ ਲਾਈਫ ਦੇ ਸਕਦੇ ਹਾਂ ਕਿ ਅਪ ਟੂ 40 ਇਅਰਸ ਜਿਹੜਾ ਹਿਪ ਰਿਪਲੇਸਮੈਂਟ ਦਾ ਰਿਜ਼ਲਟ ਹੈ ਉਹ ਚੱਲੇ, ਕਿ ਉਹ ਜੋੜ ਜਿਹੜਾ ਉਹਦੀ ਕਸਣ ਦੀ ਕਪੈਸਿਟੀ ਜਿਹੜੀ ਹੈਗੀ ਹੈ ਉਹ ਅਪ ਟੂ 40 ਇਅਰਸ ਤੱਕ ਹੋ ਸਕਦੀ ਹੈ। ਸੋ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜੇ ਕਿ ਬਾਲ ਖਰਾਬ ਹੋ ਗਈ, ਬਾਲ ਜਿਹੜੀ ਹੈ ਉਹਦੀ ਸਰਫੇਸ, ਅਗੇਨ ਗੋਲਾ ਜਿਹੜਾ ਹੈ ਉਹਦੀ ਸਰਫੇਸ ਨੂੰ ਚੇਂਜ ਕੀਤਾ ਜਾ ਸਕਦਾ ਹੈ। ਹਿਪ ਜੁਆਇੰਟ ਇੱਕ ਬਾਲ ਐਂਡ ਸੌਕਟ ਜੁਆਇੰਟ ਹੈ, ਸੋ ਸੌਕਟ ਨੂੰ ਵੀ ਜਿਹੜਾ ਅਸੀਂ ਚੇਂਜ ਕਰ ਦਿੰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਟੋਟਲ ਹਿਪ ਰਿਪਲੇਸਮੈਂਟ। ਬਾਲ ਐਂਡ ਸੌਕਟ ਦੋਨੇ ਜਿਹੜੇ ਉਹ ਚੇਂਜ ਕਰ ਦਈਦੇ ਆ। ਤੇ ਇਹਦੇ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਨਾਰਥ ਇੰਡੀਆ ਦੇ ਵਿੱਚ NHS ਹਸਪੀਟਲ ਜਿਹੜਾ ਹੈ, ਪਿਛਲੇ ਐਪੀਸੋਡ 'ਚ ਦੱਸਿਆ ਸੀ ਕਿ ਉਹ ਨੀ ਰਿਪਲੇਸਮੈਂਟ ਦੀ ਜਿਹੜੀ ਹੈ ਉਹ ਰੋਬੋਟਿਕ ਸਰਜਰੀ ਲੈ ਕੇ ਆਇਆ, ਤੇ ਕੀ ਚੁੱਲ੍ਹੇ ਦੇ ਵਿੱਚ ਵੀ, ਹਿਪ ਰਿਪਲੇਸਮੈਂਟ ਦੇ ਵਿੱਚ ਵੀ ਰੋਬੋਟਿਕ ਸਰਜਰੀ ਦਾ ਕੋਈ ਪ੍ਰਾਵਧਾਨ ਹੈਗਾ? ਬਿਲਕੁਲ, ਐਂਡ ਅਸੀਂ ਮਤਲਬ ਫਖਰ ਰੱਖਦੇ ਹਾਂ ਇਸ ਗੱਲ ਦਾ ਕਿ NHS ਹਸਪੀਟਲ ਜਲੰਧਰ ਜਿਹੜਾ ਹੈ ਇੰਡੀਆ ਦੇ ਵਿੱਚ ਫਸਟ ਟਾਈਮ ਜਿਹੜਾ ਹੈ ਉਹ ਰੋਬੋਟਿਕ ਹਿਪ ਰਿਪਲੇਸਮੈਂਟ ਜਿਹੜਾ ਇੰਟਰੋਡਿਊਸ ਕਰਨ ਜਾ ਰਿਹਾ ਹੈ। ਰੋਬੋਟਿਕ ਹਿਪ ਰਿਪਲੇਸਮੈਂਟ ਦੇ ਨਾਲ ਅਸੀਂ ਜੋ ਹੁਣ ਤੱਕ ਦੇਖਿਆ, ਜੋ ਐਕਸਪੈਰੀਮੈਂਟ ਸਾਇੰਸ ਨੇ ਕੀਤੇ, ਔਰ ਫਿਰ ਉਸ ਨੌਲੇਜ ਨੂੰ ਅਸੀਂ ਪੇਸ਼ੈਂਟਸ ਤੇ ਰੈਪਲੀਕੇਟ ਕੀਤਾ, ਤੇ ਪੇਸ਼ੈਂਟ 3 ਘੰਟੇ ਬਾਅਦ ਖੜੇ ਕਰਕੇ ਚੱਲ ਸਕਦਾ ਹੈ, ਮਤਲਬ ਆਪਰੇਸ਼ਨ ਹੋਇਆ, ਆਪਰੇਸ਼ਨ ਤੋਂ 3 ਘੰਟੇ ਬਾਅਦ ਖੜੇ ਹੋ ਕੇ ਤੁਰ ਸਕਦਾ ਹੈ, ਔਰ ਵਿਦਿਨ 48 ਆਵਰਸ ਨਾ ਜਿਹੜਾ ਹੈ ਕੋਈ ਪਾਈਪ ਪੈਣੀ ਹੈ, ਨਾ ਕੋਈ ਡਰੇਨ ਲੱਗਣੀ ਹੈ, ਡਰੈਸਿੰਗ ਜਿਹੜੀ ਹੈਗੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ 48 ਘੰਟੇ ਬਾਅਦ ਨਹਾ ਵੀ ਸਕਦੇ ਹੋ। ਸੋ 48 ਆਵਰਸ ਤੋਂ ਬਾਅਦ ਅਸੀਂ ਉਹਨਾਂ ਨੂੰ ਘਰ ਭੇਜ ਦਈਦਾ ਹੈ। ਦੈਟ ਇਜ਼ ਵਾਟ ਰੋਬੋਟਿਕ ਸਰਜਰੀ ਇਜ਼ ਗੋਇੰਗ ਟੂ ਬੀ। ਹੁਣ ਇਹ ਜੇ ਰੋਬੋਟਿਕ ਸਰਜਰੀ ਦੀ ਗੱਲ ਕਰੀਏ, ਇਹ ਨਹੀਂ ਹੈ ਕਿ ਰੋਬੋਟਿਕ ਸਰਜਰੀ ਜਿਹੜੀ ਹੈ ਕੋਈ ਜਾਦੂ ਹੈ, ਸਿਰਫ ਇੰਨਾ ਹੈ ਕਿ ਹਿਪ ਰਿਪਲੇਸਮੈਂਟ ਦੇ ਵਿੱਚ ਜੋ ਤੁਸੀਂ 40 ਸਾਲ ਤੱਕ ਰਿਜ਼ਲਟ ਦੇਣਾ ਚਾਹੁੰਦੇ ਹੋ, ਜੇ ਅਸੀਂ ਇੱਕ ਨਵੀਂ ਗੱਡੀ ਖਰੀਦਦੇ ਹਾਂ, ਉਹਦੇ ਟਾਇਰ ਦੀ ਤੁਸੀਂ ਪੁੱਛੋ ਜੀ, ਉਹ ਕਹੇਗਾ ਜੀ 40,000 ਕਿਲੋਮੀਟਰ ਚੱਲਦਾ ਹੈ। ਜੇ 40,000 ਕਿਲੋਮੀਟਰ ਟਾਇਰ ਚੱਲਦਾ, ਉਹਦੇ ਥੱਲੇ ਇੱਕ ਐਸਟਰਿਕਸ ਲੱਗਾ ਹੁੰਦਾ, ਸਟਾਰ ਲਗਾ ਕੇ ਲਿਖਿਆ ਹੁੰਦਾ ਅੰਡਰ ਆਈਡੀਅਲ ਰਨਿੰਗ ਕੰਡੀਸ਼ਨਸ। ਦੈਟ ਮੀਨਸ ਕਿ ਇਹ ਟਾਇਰ ਜਿਹੜਾ ਹੈ ਉਹ 40,000 ਕਿਲੋਮੀਟਰ ਤੋਂ ਪਹਿਲਾਂ ਵੀ ਖਰਾਬ ਹੋ ਸਕਦਾ ਜੇ ਤੁਸੀਂ ਸਹੀ ਤਰ੍ਹਾਂ ਨਹੀਂ ਚਲਾਇਆ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਹਿਪ ਜੁਆਇੰਟ ਹੈ, ਜੇ ਉਹਦੀ ਪੋਜੀਸ਼ਨ ਸਹੀ ਨਾ ਹੋਵੇ ਤੇ ਭਾਵੇਂ ਲੈਬੋਰੇਟਰੀ ਦੇ ਵਿੱਚ ਉਹ ਚੂਲਾ ਜਿਹੜਾ ਆਰਟੀਫਿਸ਼ੀਅਲ ਜੁਆਇੰਟ ਹੈ 40 ਇਅਰਸ ਚੱਲ ਗਿਆ, ਬਟ ਹਿਊਮਨ ਬਾਡੀ ਦੇ ਅੰਦਰ ਉਹ 40 ਨਹੀਂ ਚੱਲੇਗਾ ਜੇ ਉਹਦੀ ਅਲਾਈਨਮੈਂਟ ਪ੍ਰੋਪਰ ਨਹੀਂ ਹੋਏਗੀ। ਸੋ ਇਸੇ ਤਰ੍ਹਾਂ ਰੋਬੋਟਿਕ ਸਰਜਰੀ ਜਿਹੜੀ ਹੈਗੀ ਉਹ ਅਲਾਈਨਮੈਂਟ ਨੂੰ ਪਰਫੈਕਟਲੀ ਸਾਨੂੰ ਦੱਸਦਾ ਹੈ ਕਿ ਕਿਸ ਐਂਗਲ ਤੇ ਇੱਕ 10 ਮਿਲੀਮੀਟਰ 0.1 ਮਿਲੀਮੀਟਰ ਜਿਹੜਾ ਹੈ, ਮਿਲੀਮੀਟਰ ਦੇ 10ਵੇਂ ਹਿੱਸੇ ਤੱਕ ਉਹ ਅਲਾਈਨਮੈਂਟ ਨੂੰ ਪਰਫੈਕਟਲੀ ਸਾਨੂੰ ਦੇ ਸਕਦਾ ਹੈ, ਜਿਹਦੇ ਨਾਲ ਅਸੀਂ ਜਿਹੜਾ ਆਰਟੀਫਿਸ਼ੀਅਲ ਜੁਆਇੰਟ ਪਾਈਏ ਉਹ ਸਕਸੈਸਫੁਲੀ ਜਿੰਨੀ ਉਹਦੀ ਲਾਈਫ ਹੈ ਉਹਨੂੰ ਆਊਟਲਿਵ ਕਰ ਸਕੇ। ਬਿਲਕੁਲ ਡਾਕਟਰ ਸਾਹਿਬ, ਜਾਣ ਤੋਂ ਪਹਿਲੇ ਚਾਹਾਂਗਾ ਕਿ ਜਿਵੇਂ ਤੁਸੀਂ ਅਲਾਈਨਮੈਂਟ ਕਹਿ ਰਹੇ ਹੋ, ਲੋਕ ਕੀ ਕਰਨ ਕਿ ਸਿਹਤ ਦੀ ਅਲਾਈਨਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਰਹੇ ਤੇ ਉਹ ਸਿਹਤਮੰਦ ਰਹਿਣ? ਬਿਲਕੁਲ, ਸੋ ਸਿੰਪਲ ਜਿਹਾ ਫਾਰਮੂਲਾ ਹੈ ਜੀ, ਸੀਜ਼ਨਲ ਫਰੂਟ, ਸੀਜ਼ਨਲ ਵੈਜੀਟੇਬਲ ਖਾਓ, ਰੈਗੂਲਰ ਐਕਸਰਸਾਈਜ਼ ਕਰੋ, ਸਟ੍ਰੈਸ ਘਟਾਓ, ਜਲਦੀ ਸੌਵੋ ਤੇ ਜੈ ਜੈਕਾਰ ਹੋਏ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸਾਡੇ ਨਾਲ ਤੁਸੀਂ ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ, ਤੇ ਇੰਨੀਆਂ ਅਹਿਮ ਗੱਲਾਂ ਜੋ ਹਿਪ ਰਿਪਲੇਸਮੈਂਟ ਨੂੰ ਰਹਿ ਕੇ ਜੋ ਤੁਹਾਡੇ ਅੰਦਰ ਕੋਈ ਡਰਾਵਾ ਹੋਏਗਾ ਜਾਂ ਤੁਸੀਂ ਸੋਚ ਰਹੇ ਹੋਗੇ ਕਿ ਮੈਨੂੰ ਇਹ ਸਮੱਸਿਆ ਹੈ,
ਪਰ ਮੈਂ ਇਹਦਾ ਇਲਾਜ ਨਹੀਂ ਕਰਾਉਣਾ, ਇਹਨੂੰ ਪੋਸਟਪੋਨ ਕਰਦੇ ਰਹਿਣਾ, ਬਿਲਕੁਲ। ਡਿਲੇ ਕਰਦੇ ਰਹਿਣਾ, ਉਹ ਕਿਸ ਹੱਦ ਤੱਕ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ, ਇਹਦੇ ਬਾਰੇ ਵੀ ਤੁਹਾਨੂੰ ਪਤਾ ਲੱਗਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਧੰਨਵਾਦ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਡਾਕਟਰ ਸਪੀਕ, ਕਿਉਂਕਿ ਇਸ ਵਿੱਚ ਅਸੀਂ ਉਹਨਾਂ ਗੱਲਾਂ ਦਾ ਜ਼ਿਕਰ ਕਰਦੇ ਹਾਂ ਜਿਸ ਦਾ ਤਾਲੁਕ ਜਿਹੜਾ ਹੈ ਉਹ ਤੁਹਾਡੀ ਜ਼ਿੰਦਗੀ ਦੇ ਨਾਲ ਹੈ, ਤੁਹਾਡੀ ਸਿਹਤ ਦੇ ਨਾਲ ਹੈ। ਆਪਣਾ ਤੇ ਆਪਣਿਆਂ ਦਾ ਧਿਆਨ ਚੰਗੀ ਤਰ੍ਹਾਂ ਰੱਖਿਓ। ਦਿਓ ਇਜਾਜ਼ਤ। ਰੱਬ ਰਾਖਾ।